ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਭੂਲੇ ਬਾਵਰੇ, ਗੁਰ ਕੀ ਚਰਣੀ ਲਾਗ। ਹਰ ਜਪ ਨਾਮ ਧਿਆਏ ਤੂੰ, ਜਮ ਡਰ ਪੈ ਦੁਖ ਭਾਗ। ਸੁਣ ਮਨ ਭੂਲੇ ਬਾਵਰੇ, ਗੁਰ ਕੀ ਚਰਣੀ ਲਾਗ। ਹਰ ਜਪ ਨਾਮ ਧਿਆਏ ਤੂੰ, ਜਮ ਡਰ ਪੈ ਦੁਖ ਭਾਗ। ਦੁਖ ਘਣੋ ਦੋਹਾਗਣੀ, ਕਿਉ ਥਿਰ ਰਹੈ ਸੁਹਾਗ। ਪਾਈ ਰੇ ਅਵਰ ਨਹੀਂ ਮੈਂ ਥਾਉ, ਮੈਂ ਧਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਉ। ਰਹਾਉ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਭੂਲੇ ਬਾਵਰੇ, ਗੁਰ ਕੀ ਚਰਣੀ ਲਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅਪਾਰ ਮਿਹਰ ਦਾ ਸਦਕਾ ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਜਾਹਰ ਪੀਰ ਜਗਤ ਗੁਰ ਬਾਬਾ, ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਗੁਰੂ ਨਾਨਕ ਦੇਵ ਗੋਬਿੰਦ ਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸ਼ਬਦਾਂ ਦੀ ਵਿਚਾਰ ਪ੍ਰਾਰੰਭ ਹੈ। ਇਹ ਪਵਿੱਤਰ ਸ਼ਬਦ ਜਿਨ੍ਹਾਂ ਦਾ ਸਿਰਲੇਖ ਅਸ਼ਟਪਦੀਆਂ ਸਤਿਗੁਰੂ ਨੇ ਲਿਖਿਆ ਹੈ, ਸ੍ਰੀ ਰਾਗ ਦੇ ਅੰਦਰ ਉਚਾਰਨ ਕੀਤੇ ਹਨ। ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੇ ਪਿਆਰ ਸਤਿਕਾਰ ਦੇ ਨਾਲ ਜੀਵ ਨੂੰ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪਾਈ ਰੇ ਅਵਰ ਨਾਹੀ ਮੈਂ ਥਾਉ, ਹੇ ਭਾਈ ਗੁਰੂ ਤੋਂ ਬਿਨਾ ਮੇਰੇ ਵਾਸਤੇ ਹੋਰ ਕੋਈ ਵੀ ਥਾਂ ਨਹੀਂ ਹੈ। ਕਿਉਂ? ਗੁਰੂ ਹੀ ਨਿਥਾਵਿਆਂ ਦੇ ਥਾਂ ਹਨ, ਸਤਿਗੁਰੂ ਹੀ ਨਿਮਾਣਿਆਂ ਦੇ ਮਾਣ ਹਨ, ਸਤਿਗੁਰੂ ਹੀ ਨਿਆਸਰਿਆਂ ਦੇ ਆਸਰੇ ਹਨ। ਇਸ ਲਈ ਸਾਨੂੰ
ਉਸ ਸਤਿਗੁਰੂ ਤੇ ਪੂਰਨ ਭਰੋਸਾ, ਪੂਰਨ ਇਤਕਾਦ ਅਤੇ ਪੂਰਨ ਵਿਸ਼ਵਾਸ ਰੱਖਣਾ ਚਾਹੀਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ, ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਦੋਂ ਵੀ ਅਸੀਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਣਾ ਹੈ ਤਾਂ ਇਹੀ ਬੇਨਤੀ ਕਰਨੀ ਹੈ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ, ਭਾਈ ਰੇ ਅਵਰ ਨਾਹੀ ਮੈਂ ਥਾਉ। ਹੇ ਭਾਈ, ਸਾਡੇ ਲਈ ਗੁਰੂ ਤੋਂ ਬਿਨਾਂ ਹੋਰ ਕੋਈ ਥਾਂ ਹੈ ਹੀ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਿੱਖੀ ਦੀ ਪਰਖ ਕੀਤੀ, ਭਾਈ ਲਹਿਣਾ ਉਸ ਪਰਖ ਦੇ ਵਿੱਚ ਪੂਰਾ ਉਤਰਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਰਾਂ ਦੇ ਘਰ ਆਏ ਭਾਈ ਲਹਿਣੇ ਨੂੰ ਕਹਿਣ ਲੱਗੇ, ਭਾਈ ਲਹਿਣਿਆ ਮੰਗ ਜੋ ਮੰਗਣਾ ਹੈ। ਤਾਂ ਉਸ ਵੇਲੇ ਭਾਈ ਲਹਿਣੇ ਨੇ ਦੋਵੇਂ ਹੱਥ ਜੋੜੇ, ਬੇਨਤੀ ਕੀਤੀ, ਕਿਸੀ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਮਹਾਰਾਜ, ਕਿਸੇ ਨੂੰ ਕੋਈ ਆਸਰਾ ਹੈ, ਕਿਸੇ ਨੂੰ ਕੋਈ ਸਹਾਰਾ ਹੈ, ਪਰ ਮੇਰੇ ਲਈ ਆਪ ਜੀ ਤੋਂ ਬਿਨਾਂ ਹੋਰ ਕੋਈ ਵੀ ਟਿਕਾਣਾ ਨਹੀਂ ਹੈ। ਭਾਈ ਰੇ ਅਵਰ ਨਾਹੀ ਮੈਂ ਥਾਉ। ਮੇਰੇ ਲਈ ਗੁਰੂ ਘਰ ਤੋਂ ਬਿਨਾਂ ਹੋਰ ਕੋਈ ਵੀ ਟਿਕਾਣਾ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਰਾਂ ਦੇ ਘਰ ਆ ਕੇ ਕਹਿਣ ਲੱਗੇ, ਭਾਈ ਲਹਿਣਿਆ, ਜੇ ਤੇਰੇ ਲਈ ਗੁਰੂ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ ਤੇ ਗੁਰੂ ਵੀ ਥਾਂ ਹੀ ਭਾਲਦਾ ਸੀ, ਤੈਨੂੰ ਗੁਰੂ ਚਰਨਾਂ ਵਿੱਚ ਥਾਂ ਨਸੀਬ ਹੋਇਆ ਤੇ ਹੁਣ ਗੁਰੂ ਤੇਰੇ ਅੰਦਰ ਵਸੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਕਹਿ ਕੇ ਭਾਈ ਲਹਿਣੇ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਅਤੇ ਗੁਰੂ ਅੰਗਦ ਦੇਵ ਬਣਾ ਦਿੱਤਾ, ਜਿਨ੍ਹਾਂ ਨੂੰ ਸਿੱਖਾਂ ਦੇ ਦੂਜੇ ਗੁਰੂ ਆਖਿਆ ਜਾਂਦਾ ਹੈ, ਜਿਹੜੇ ਗੁਰੂ ਤੇ ਪੂਰਨ ਵਿਸ਼ਵਾਸ ਕਰ ਲੈਂਦੇ ਹਨ। ਭਾਈ ਰੇ ਅਵਰ ਨਾਹੀ ਮੈਂ ਥਾਉ, ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਵੱਡੀਆਂ ਬਖਸ਼ਾਂ, ਰਹਿਮਤਾਂ, ਨਿਆਮਤਾਂ ਹਾਸਲ ਹੁੰਦੀਆਂ ਹਨ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਮੈਂ ਧਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਓ। ਮੇਰੇ ਲਈ ਸਭ ਤੋਂ ਉੱਤਮ ਧਨ ਵਾਹਿਗੁਰੂ ਦਾ ਨਾਮ ਰੂਪ ਖਜ਼ਾਨਾ ਹੈ, ਕਿਉਂਕਿ ਵਾਹਿਗੁਰੂ ਦੇ ਨਾਮ ਦੇ ਅੰਦਰ ਸਾਰੇ ਸੁੱਖ, ਸਾਰੀਆਂ ਸ਼ਕਤੀਆਂ ਅਤੇ ਸਾਰੇ ਹੀ ਪਦਾਰਥ ਤੇ ਸਾਰੀਆਂ ਵਡਿਆਈਆਂ ਆ ਜਾਂਦੀਆਂ ਹਨ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਮੈਂ ਤਨ ਨਾਮ ਨਿਧਾਨ ਹੈ, ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਵਾਹਿਗੁਰੂ ਦਾ ਨਾਮ ਐਸਾ ਖਜ਼ਾਨਾ ਹੈ ਜਿਹੜਾ ਕਦੀ ਮੁੱਕਣ ਵਾਲਾ ਨਹੀਂ ਹੈ। ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਮੈਂ ਤਨ ਨਾਮ ਨਿਧਾਨ ਹੈ, ਮੇਰੇ ਲਈ ਵਾਹਿਗੁਰੂ ਦਾ ਨਾਮ ਹੀ ਇੱਕ ਅਮੋਲਕ ਧਨ ਹੈ,
ਤੇ ਵਾਹਿਗੁਰੂ ਦਾ ਨਾਮ ਹੀ ਵਡਮੁੱਲਾ ਖਜ਼ਾਨਾ ਹੈ। ਗੁਰ ਦੀਆ ਬਲ ਜਾਓ, ਇਹ ਮੈਨੂੰ ਗੁਰੂ ਨੇ ਦਿੱਤਾ ਹੈ। ਨਾਮ ਦੀ ਦਾਤ ਗੁਰੂ ਦੇ ਕੋਲ ਹੀ ਹੈ। ਜਿਸ ਨੇ ਨਾਮ ਦੀ ਦਾਤ ਪ੍ਰਾਪਤ ਕਰਨੀ ਹੋਵੇ ਉਸ ਨੂੰ ਗੁਰੂ ਦੇ ਪਾਸ ਹੀ ਆਉਣਾ ਪਵੇਗਾ। ਤੇ ਜਦੋਂ ਕੋਈ ਗੁਰੂ ਦੇ ਪਾਸ ਆ ਕੇ ਨਾਮ ਦੀ ਯਾਚਨਾ ਕਰਦਾ ਹੈ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਤੇ ਗੁਰੂ ਮਹਾਰਾਜ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਹਜ਼ੂਰ ਕਹਿੰਦੇ ਨੇ ਗੁਰੂ ਨੇ ਸਾਨੂੰ ਨਾਮ ਦਿੱਤਾ ਹੈ, ਬਲ ਜਾਉ, ਇਸ ਲਈ ਮੈਂ ਗੁਰੂ ਤੋਂ ਬਲਿਹਾਰ ਜਾਣਾ ਹਾਂ। ਬਲਿਹਾਰੀ ਗੋਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਗੁਰੂ ਤੋਂ ਹਮੇਸ਼ਾ ਲਈ ਗੁਰਸਿੱਖ ਨੇ ਬਲਿਹਾਰ ਜਾਣਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਭੁੱਲੜ ਮਨ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਭੂਲੇ ਬਾਵਰੇ, ਗੁਰ ਕੇ ਚਰਣੀ ਲਾਗ। ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੁਣ ਮਨ ਭੂਲੇ ਬਾਵਰੇ, ਬਿੰਦੀ ਨਹੀਂ ਬੋਲਣੀ, ਬਾਵਰੇ। ਸੁਣ ਮਨ ਭੂਲੇ ਬਾਵਰੇ। ਹਜ਼ੂਰ ਕਹਿੰਦੇ ਇਹ ਭੁੱਲੇ ਹੋਏ ਬਾਵਰੇ ਪਾਗਲ ਸ਼ੁਦਾਈ ਮਨਾ ਸੁਣ। ਗੁਰ ਕੀ ਚਰਣੀ ਲਾਗ। ਤੂੰ ਇੱਧਰ ਉੱਧਰ ਕਿਉਂ ਭਟਕਦਾ ਫਿਰਦਾ? ਤੂੰ ਗੁਰੂ ਦੇ ਚਰਨੀ ਲੱਗ। ਜਦੋਂ ਤੂੰ ਗੁਰੂ ਦੇ ਚਰਨੀ ਲੱਗੇਗਾ, ਜੋ ਵੀ ਚਾਹੇਗਾ ਉਹੀ ਕੁਛ ਤੈਨੂੰ ਮਿਲ ਸਕਦਾ ਹੈ। ਜੋ ਮੰਗਾ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਮਨੁੱਖੀ ਸੁਭਾਅ ਬਹੁਤ ਡਾਵਾਂ ਡੋਲ ਰਹਿੰਦਾ ਹੈ। ਜਦੋਂ ਵੀ ਅਸੀਂ ਕੋਈ ਇੱਧਰੋਂ ਉੱਧਰੋਂ ਗੱਲ ਸੁਣਦੇ ਹਾਂ, ਉਸੇ ਵੇਲੇ ਸਾਡਾ ਮਨ ਉਸ ਪਾਸੇ ਵੱਲ ਨੂੰ ਝੁਕ ਜਾਂਦਾ ਹੈ। ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਹਿੜਵਸ ਬਾਬੇ ਨਾਨਕ ਦੀ। ਮਨੁੱਖੀ ਸੁਭਾਅ ਐਸਾ ਬਣਿਆ ਹੋਇਆ ਹੈ, ਅਸੀਂ ਇਹ ਸੋਚਦੇ ਹਾਂ ਸਾਡਾ ਮਤਲਬ ਪੂਰਾ ਹੋਣਾ ਚਾਹੀਦਾ, ਚਾਹੇ ਕਿਵੇਂ ਵੀ ਹੋਵੇ। ਪਰ ਅਸੀਂ ਆਪਣਾ ਕੋਈ ਅਸੂਲ, ਕੋਈ ਸਿਧਾਂਤ, ਕੋਈ ਮਰਜ਼ਾਦਾ ਇਹਦਾ ਖਿਆਲ ਨਹੀਂ ਰੱਖਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਲਈ ਇਸ ਮਨ ਨੂੰ ਕਹਿੰਦੇ ਨੇ, ਸੁਣ ਮਨ ਭੂਲੇ ਬਾਵਰੇ। ਇਹ ਭੁੱਲੇ ਹੋਏ ਕੰਵਲੇ ਤੇ ਪਾਗਲ ਮਨਾ ਸੋਹਣੇ ਸਿੱਖਿਆ, ਐਵੇਂ ਇੱਧਰ ਉੱਧਰ ਕਿਉਂ ਭਟਕਦਾ ਫਿਰਦਾ ਹੈ? ਗੁਰ ਕੀ ਚਰਨੀ ਲਾਗ। ਤੂੰ ਆ ਕੇ ਗੁਰੂ ਦੇ ਚਰਨੀ ਲੱਗ। ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਬੇਨਤੀ ਕਰ। ਇਥੋਂ ਕੀ ਨਹੀਂ ਮਿਲ ਸਕਦਾ? ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਨੇ ਸਾਚ ਨਾਮ ਦੇ ਰਸ। ਪਰ ਸਾਨੂੰ ਗੁਰੂ ਤੇ ਭਰੋਸਾ ਹੋਣਾ ਚਾਹੀਦਾ। ਕਈ ਵਾਰੀ ਸਾਡਾ ਮਨ ਹੋਰ ਪਾਸੇ ਵੀ ਭਟਕਦਾ ਹੁੰਦਾ ਹੈ ਤੇ ਅਸੀਂ ਗੁਰੂ ਦੇ ਕੋਲ ਵੀ ਆ ਜਾਂਦੇ ਹਾਂ। ਪਰ ਯਾਦ ਰੱਖੋ, ਜਦੋਂ ਗੁਰੂ ਦੇ ਕੋਲ ਆਉਣਾ ਹੋਵੇ ਤਾਂ ਭਗਤ ਕਬੀਰ ਜੀ ਦਾ ਸ਼ਲੋਕ ਹਮੇਸ਼ਾ ਲਈ ਯਾਦ ਰੱਖਣਾ ਚਾਹੀਦਾ ਹੈ। ਕਬੀਰ ਸਾਧੂ ਕੋ ਮਿਲਣੇ ਜਾਈਐ, ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਐ, ਆਗੈ ਹੋਏ ਸੋ ਹੋਏ। ਜਦੋਂ ਸਤਿਗੁਰੂ ਦੇ ਕੋਲ ਆਉਣਾ ਹੈ ਨਾ, ਤਾਂ ਉਸ ਵੇਲੇ ਕੋਈ ਮਾੜਾ ਸੰਕਲਪ, ਕੋਈ ਹੋਰ ਇੱਧਰ ਉੱਧਰ ਦਾ ਖਿਆਲ ਛੱਡ ਕੇ ਹੀ ਆਉਣਾ ਚਾਹੀਦਾ ਹੈ। ਜਦੋਂ ਗੁਰੂ ਵੱਲ ਆਉਣਾ ਹੈ, ਸਾਡਾ ਕਦਮ ਪਿੱਛੇ ਨਹੀਂ ਜਾਣਾ ਚਾਹੀਦਾ, ਸਾਡਾ ਖਿਆਲ ਪਿੱਛੇ ਨਹੀਂ ਜਾਣਾ ਚਾਹੀਦਾ।
ਬਲਕਿ ਸਤਿਗੁਰੂ ਵੱਲ ਹੀ ਆਉਣਾ ਚਾਹੀਦਾ ਹੈ। ਤੇ ਜਦੋਂ ਆਪਾਂ ਸਤਿਗੁਰੂ ਦੇ ਕੋਲ ਭਾਵਨਾ ਭਰੋਸੇ ਸਿਦਕ ਦੇ ਨਾਲ ਆਉਨੇ ਹਾਂ ਤੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੋਂ ਸਭ ਦਾਤਾਂ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ। ਹਰ ਜਪ ਨਾਮ ਤੇ ਆਏ ਤੂੰ, ਜਮ ਡਰ ਪੈ ਦੁਖ ਭਾਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭੁੱਲੇ ਮਨ ਨੂੰ ਸਮਝਾਉਂਦੇ ਨੇ ਕਿ ਐ ਮਨਾ, ਤੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਦੀ ਦਾਤ ਪ੍ਰਾਪਤ ਕਰ ਤੇ ਫਿਰ ਉਸ ਦਾਤ ਨੂੰ ਪ੍ਰਾਪਤ ਕਰਕੇ ਹਰ ਜਪ ਉਸ ਨਾਮ ਨੂੰ ਜਪ ਵੀ, ਤੇ ਨਾਲ ਹੀ ਨਾਮ ਤੇ ਆਏ ਤੂੰ ਉਹਦਾ ਸਿਮਰਨ ਵੀ ਕਰ। ਇਹਦਾ ਮਤਲਬ ਇਹ ਹੈ ਜਿਹੜਾ ਸਾਨੂੰ ਪੰਜਾਂ ਪਿਆਰਿਆਂ ਤੋਂ ਨਾਮ ਪ੍ਰਾਪਤ ਹੁੰਦਾ ਹੈ, ਮੂਲ ਮੰਤਰ ਹੈ, ਗੁਰ ਮੰਤਰ ਹੈ, ਇਹਨੂੰ ਜਪਣਾ ਵੀ ਚਾਹੀਦਾ ਔਰ ਇਹਨੂੰ ਮਨ ਦੇ ਨਾਲ ਚੇਤੇ ਵੀ ਕਰਨਾ ਚਾਹੀਦਾ ਹੈ। ਰਸਨਾ ਤੋਂ ਵੀ ਜਪੋ, ਮਨ ਦੁਆਰਾ ਵੀ ਨਾਮ ਦਾ ਸਿਮਰਨ ਕਰੋ। ਇਹਦਾ ਫਲ ਕੀ ਹੋਵੇਗਾ? ਜਮ ਡਰ ਪੈ ਦੁਖ ਭਾਗ। ਜਦੋਂ ਨਾਮ ਜਪੇਗਾ ਤੇ ਸਿਮਰਨ ਕਰੇਗਾ, ਜਮ ਵੀ ਤੇਰੇ ਪਾਸੋਂ ਡਰ ਜਾਵੇਗਾ। ਦੁਨੀਆ ਤੇ ਜਮ ਤੋਂ ਡਰਦੀ ਹੈ, ਪਰ ਹਜ਼ੂਰ ਕਹਿੰਦੇ ਜੇ ਤੇਰੇ ਕੋਲੇ ਸਿਮਰਨ ਹੋਵੇਗਾ, ਤੇਰੇ ਕੋਲੋਂ ਜਮ ਡਰ ਜਾਵੇਗਾ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਜਦੋਂ ਪਰਮੇਸ਼ਰ ਦਾ ਨਾਮ ਸੁਣਦੇ ਨੇ, ਜਮਦੂਤ ਵੀ ਡਰ ਜਾਂਦੇ ਹਨ ਤੇ ਨਾਲ ਹੀ ਦੁੱਖ ਭਾਗ ਤੇਰਾ ਸਾਰਾ ਦੁੱਖ ਭੱਜ ਜਾਵੇਗਾ। ਦੁਖ ਕਹਣੋ ਦੁਹਾਗਣੀ, ਕਿਉਂ ਥਿਰ ਰਹਿ ਸੁਹਾਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੁਖ ਕਹਣੋ ਦੁਹਾਗਣੀ, ਕਿ ਐ ਮਨਾ ਇਸ ਗੱਲ ਨੂੰ ਯਾਦ ਰੱਖ, ਜਿਹੜੀ ਦੁਹਾਗਣ ਹੈ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਕੇ ਕੋਈ ਰੂਹ ਹੋਰ ਪਾਸੇ ਭਟਕ ਰਹੀ, ਉਹ ਦੁਹਾਗਣ ਹੈ। ਉਸ ਨੂੰ ਤੇ ਬਹੁਤਾ ਦੁੱਖ ਪ੍ਰਾਪਤ ਹੁੰਦਾ ਹੈ। ਉਹ ਦੁੱਖ ਕਿਹੜਾ ਹੈ? ਵੱਡਾ ਦੁੱਖ ਵਿਛੋੜੇ ਦਾ ਹੀ ਦੁੱਖ ਹੈ। ਜਿਹੜੀ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਰੂਹ ਹੋਰ ਮੜੀਆਂ ਮਸਾਣੀਆਂ ਦੇ ਪਿੱਛੇ, ਦੇਹਧਾਰੀਆਂ ਦੇ ਪਿੱਛੇ ਭਟਕਦੀ ਫਿਰਦੀ ਹੈ, ਉਹਨੂੰ ਬਹੁਤਾ ਦੁੱਖ ਪ੍ਰਾਪਤ ਹੁੰਦਾ ਹੈ। ਕਿਉਂ ਥਿਰ ਰਹਿ ਸੁਹਾਗ। ਤੁਸੀਂ ਹੁਣ ਦੱਸੋ, ਆਪਣੇ ਪਤੀ ਤੋਂ ਬਿਨਾਂ ਕਿਸੇ ਇਸਤਰੀ ਦਾ ਸੁਹਾਗ ਕਿਵੇਂ ਕਾਇਮ ਰਹਿ ਸਕਦਾ? ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਇਹ ਮਨੁੱਖ ਜਿੰਨਾ ਚਿਰ ਤੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਨਹੀਂ ਕਰਦਾ ਤੇ ਇਹਦਾ ਵੀ ਸੁਹਾਗ, ਇਹਦਾ ਵੀ ਸਿਦਕ, ਇਹਦਾ ਵੀ ਭਰੋਸਾ ਕਿਸੇ ਤਰ੍ਹਾਂ ਵੀ ਕਾਇਮ ਨਹੀਂ ਰਹਿ ਸਕਦਾ। ਆਈ ਰੇ ਅਵਰ ਨਹੀਂ ਮੈਂ ਥਾਉ, ਮੈਂ ਤਨ ਨਾਮ ਨਿਧਾਨ ਹੈ, ਗੁਰ ਦਿਆ ਬਲ ਜਾਉ ਰਹਾਉ। ਗੁਰਮਤਿ ਪਤ ਸ਼ਾਬਾਸ ਤਿਸ, ਤਿਸ ਕੈ ਸੰਗ ਮਿਲਾਓ। ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨ ਨੂੰ ਬੜੇ ਪਿਆਰ ਦੇ ਨਾਲ ਸਮਝਾਉਂਦੇ ਹਨ। ਭਾਈ ਰੇ, ਹੇ ਭਾਈ, ਗੁਰੂ ਤੋਂ ਬਿਨਾਂ ਸਾਡੇ ਲਈ ਤੇ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ। ਮੈਂ ਤਨ ਨਾਮ ਨਿਧਾਨ ਹੈ। ਮੇਰੇ ਵਾਸਤੇ ਸਭ ਤੋਂ ਉੱਤਮ ਧਨ ਤੇ ਵੱਡਾ ਖਜ਼ਾਨਾ ਵਾਹਿਗੁਰੂ ਦਾ ਨਾਮ ਹੀ ਹੈ। ਗੁਰ ਦੀਆ ਬਲ ਜਾਓ, ਇਹ ਮੈਨੂੰ ਗੁਰੂ ਨੇ ਬਖਸ਼ਿਆ ਹੈ, ਇਸ ਲਈ ਮੈਂ ਗੁਰੂ ਤੋਂ ਬਲਿਹਾਰ ਜਾਣਾ ਹਾਂ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫੇਰ ਗੁਰੂ ਦੀ ਮਹਿਮਾ ਕਰਦੇ ਹਨ। ਗੁਰਮਤਿ ਪਤ ਸ਼ਾਬਾਸ਼ ਤਿਸ, ਵੀ ਉਸ ਗੁਰੂ ਨੂੰ ਸ਼ਾਬਾਸ਼ ਹੈ, ਉਸ ਗੁਰੂ ਨੂੰ ਆਫਰੀਨ ਹੈ, ਜਿਸ ਗੁਰੂ ਦੀ ਮਤ ਨੂੰ ਧਾਰਨ ਕਰਕੇ ਪਤ ਸਾਨੂੰ ਇੱਜ਼ਤ ਪ੍ਰਾਪਤ ਹੋਈ ਹੈ। ਤਿਸ ਕੈ ਸੰਗ ਮਿਲਾਓ, ਤੇ ਮੇਰੇ ਦਿਲ ਦੀ ਇਹ ਤਮੰਨਾ ਹੈ, ਤਾਂਗ ਹੈ, ਇੱਕ ਲਾਲਸਾ ਹੈ। ਤਿਸ ਕੈ ਸੰਗ ਮਿਲਾਓ, ਕਿ ਮੈਂ ਉਸ ਗੁਰੂ ਦੇ ਨਾਲ ਹਮੇਸ਼ਾ ਲਈ ਮਿਲਿਆ ਰਵਾਂ, ਜਿਸ ਗੁਰੂ ਦੁਆਰਾ ਮੈਨੂੰ ਲੋਕ ਤੇ ਪਰਲੋਕ ਦੀ ਇੱਜ਼ਤ ਪ੍ਰਾਪਤ ਹੋਈ ਹੈ। ਉਸ ਗੁਰੂ ਨੂੰ ਮੈਂ ਜਿੱਥੇ ਸ਼ਾਬਾਸ਼ ਆਖਦਾ ਹਾਂ, ਉੱਥੇ ਨਾਲ ਹੀ ਉਸ ਗੁਰੂ ਦੇ ਨਾਲ ਹਮੇਸ਼ਾ ਲਈ ਮਿਲਣਾ ਚਾਹੁੰਦਾ ਹਾਂ। ਇਸ ਬਿਨ ਘੜੀ ਨ ਜੀਵਉ,
ਬਿਨ ਨਾਮੇ ਮਰ ਜਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਨਾਲ ਸਾਡਾ ਇੰਨਾ ਪਿਆਰ ਹੋ ਗਿਆ ਹੈ, ਉਸ ਤੋਂ ਬਿਨਾ ਅਸੀਂ ਘੜੀ ਭਰ ਵੀ ਜੀ ਨਹੀਂ ਸਕਦੇ। ਬਿਨ ਨਾਵੇ ਮਰ ਜਾਓ। ਉਧਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੋ ਗਿਆ, ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾ ਵੀ ਅਸੀਂ ਮਰ ਜਾਂਦੇ ਹਾਂ। ਤੇ ਦੂਸਰੇ ਪਾਸੇ ਗੁਰੂ ਦੇ ਨਾਲ ਵੀ ਇੰਨਾ ਪਿਆਰ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲਿਆ ਪ੍ਰੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ। ਹਉ ਕੋਲੀ ਜਿਉ ਕੋਲ ਕਮਾਈ, ਤੇ ਸੱਚੇ ਗੁਰਦਰਬਾਰੇ ਜੀਓ। ਹਜ਼ੂਰ ਕਹਿੰਦੇ ਨੇ, ਮੈਂ ਉਸ ਗੁਰੂ ਤੋਂ ਬਿਨਾਂ ਇੱਕ ਘੜੀ ਪਰ ਵੀ ਜਿਉ ਨਹੀਂ ਸਕਦਾ, ਤੇ ਨਾਲ ਹੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੈਂ ਮਰ ਜਾਣਾ, ਮੇਰੀ ਅਧਿਆਤਮਕ ਮੌਤ ਹੁੰਦੀ ਹੈ। ਮੈਂ ਅੰਧਲੇ ਨਾਮ ਨਾ ਵਿਸਰੈ, ਟੇਕ ਟਿਕੇ ਘਰ ਜਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਅੰਨਾ ਹਾਂ, ਅੰਧੇ ਇਹ ਨਾ ਆਖੀਆਂ ਜਨਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਅਸੀਂ ਪਰਮਾਰਥ ਦੇ ਰਸਤੇ ਤੋਂ ਅੰਨੇ ਹਾਂ, ਸਾਨੂੰ ਨਹੀਂ ਪਤਾ ਵੀ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਮਿਲ ਸਕਦੇ ਹਾਂ। ਇਸ ਲਈ ਹਜ਼ੂਰ ਕਹਿੰਦੇ ਨੇ, ਮੈਂ ਅੰਧਲੇ ਨਾਮ ਨਾ ਵਿਸਰੈ, ਮੈਂ ਅੰਨਾ ਹਾਂ, ਮੈਨੂੰ ਨਾਮ ਨਾ ਵਿਸਰੇ। ਕਿਉਂਕਿ ਨਾਮ ਹੀ ਇੱਕ ਰੋਸ਼ਨੀ ਹੈ, ਨਾਮ ਹੀ ਇੱਕ ਟੇਕ ਹੈ। ਟੇਕ ਟਿਕੀ ਕਰ ਜਾਓ। ਇਸ ਨਾਮ ਦੀ ਟੇਕ ਨੂੰ, ਟਿਕੀ ਦਾ ਅਰਥ ਹੈ ਟਿਕਾ ਕੇ, ਇਸ ਨਾਮ ਦੀ ਟੇਕ ਨੂੰ ਟਿਕਾ ਕੇ ਕਰ ਜਾਉ, ਤੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਘਰ ਜਾ ਸਕਦਾ ਹਾਂ। ਗੁਰੂ ਜਿਨਾ ਕਾ ਅੰਧਲਾ, ਚੇਲੇ ਨਾਹੀ ਠਾਓ। ਇੱਕ ਥਾਂ ਤੇ ਗੁਰਬਾਣੀ ਵਿੱਚ ਪੰਕਤੀ ਆਈ ਹੈ, ਮੈਂ ਅੰਧਲੇ ਕੀ ਤੇਗ ਤੇਰਾ ਨਾਮ ਖੁੰਦ ਕਰ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਇਹ ਵੀ ਪੰਕਤੀ ਆਈ ਹੈ, ਮੈਂ ਅੰਧਲੇ ਹਰ ਨਾਮ ਲਗਟੀ ਟੋਹਣੀ, ਮੈਂ ਅੰਨਾ ਹਾਂ ਤੇਰਾ ਨਾਮ ਮੇਰੀ ਡੰਗੋਰੀ ਹੈ, ਟੇਕ ਟਿਕੀ ਕਰ ਜਾਉ। ਜਿਵੇਂ ਅੰਨਾ ਆਦਮੀ ਡੰਗੋਰੀ ਦੇ ਆਸਰੇ ਆਪਣੇ ਘਰ ਚਲਿਆ ਜਾਂਦਾ ਹੈ, ਇਸੇ ਤਰ੍ਹਾਂ ਤੇਰੇ ਨਾਮ ਦੀ ਡੰਗੋਰੀ ਦੇ ਆਸਰੇ ਮੈਂ ਵੀ ਤੇਰੇ ਘਰ ਜਾ ਸਕਦਾ ਹਾਂ। ਇਸ ਲਈ ਨਾਮ ਨਾ ਭੁੱਲੇ। ਗੁਰੂ ਜਿਨ੍ਹਾਂ ਕਾ ਅੰਧਲਾ, ਹਜ਼ੂਰ ਕਹਿੰਦੇ ਭਾਈ ਦੁਨੀਆ ਦੇ ਵਿੱਚ ਕਈ ਪਖੰਡੀ ਗੁਰੂ ਵੀ ਹਨ, ਜਿਨ੍ਹਾਂ ਦਾ ਗੁਰੂ ਹੀ ਅੰਨਾ ਹੋਵੇ, ਚੇਲੇ ਨਾਹੀ ਠਾਓ, ਔਰ ਉਹਦੇ ਚੇਲਿਆਂ ਨੂੰ ਫਿਰ ਕੋਈ ਥਾਂ ਟਿਕਾਣਾ ਨਹੀਂ ਮਿਲ ਸਕਦਾ। ਬਿਨ ਸਤਿਗੁਰ ਨਾਮ ਨਾ ਪਾਈਐ, ਬਿਨ ਨਾਮੇ ਕਿਆ ਸੁਆਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਸਤਿਗੁਰੂ ਤੋਂ ਅਸਲੀ ਜਿਹੜਾ ਨਾਮ ਹੈ ਉਹ ਨਹੀਂ ਪ੍ਰਾਪਤ ਹੋ ਸਕਦਾ। ਬਿਨ ਨਾਵੇ ਕਿਆ ਸੁਆਉ, ਨਾਮ ਤੋਂ ਬਿਨਾਂ ਸਾਡੇ ਜੀਵਨ ਦਾ ਹੋਰ ਸੁਆਉ ਪ੍ਰਯੋਜਨ ਵੀ ਕੀ ਹੈ? ਕੋਈ ਵੀ ਨਹੀਂ। ਇਹ ਮਨੁੱਖ ਨਾਮ ਜਪਣ ਵਾਸਤੇ ਆਇਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਨਾਮ ਹੀ ਸਾਡੇ ਜੀਵਨ ਦਾ ਪ੍ਰਯੋਜਨ ਹੈ। ਹਜ਼ੂਰ ਕਹਿੰਦੇ ਬਿਨ ਨਾਵੇ ਕਿਆ ਸੁਆਓ, ਨਾਮ ਤੋਂ ਬਿਨਾਂ ਸਾਡੇ ਜੀਵਨ ਦਾ ਹੋਰ ਮਨੋਰਥ ਹੈ ਵੀ ਕੀ? ਹੋਰ ਕੋਈ ਵੀ ਸਾਡਾ ਮਨੋਰਥ ਨਹੀਂ ਹੈ। ਆਏ ਗਿਆ ਪਛਤਾਵਣਾ, ਜਿਉ ਸੁਨੇ ਘਰ ਕਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਤੋਂ ਬਿਨਾਂ ਜਿਹੜਾ ਮਨੁੱਖ ਹੈ ਉਹ ਆਇਆ ਸੀ ਤੇ ਚਲਿਆ ਗਿਆ। ਪਛਤਾਵਣਾ, ਉਹਦੇ ਪੱਲੇ ਪਛਤਾਵਾ ਹੀ ਰਹਿ ਗਿਆ। ਕਿਵੇਂ? ਜਿਉਂ ਸੁਣੇ ਘਰ ਕਾਉ, ਜਿਵੇਂ ਸੁੰਨੇ ਘਰ ਦੇ ਵਿੱਚ ਕਾਂ ਜਾਂਦਾ ਹੈ ਤੇ ਉਸ ਨੂੰ ਉੱਥੇ ਖਾਣ ਲਈ ਕੁਛ ਨਹੀਂ ਨਸੀਬ ਹੁੰਦਾ, ਔਰ ਉਹ ਕਾਂ ਖਾਲੀ ਘਰ ਦੇ ਵਿੱਚ, ਸੁੰਨੇ ਘਰ ਦੇ ਵਿੱਚ ਜਾ ਕੇ ਕਾਂ ਕਾਂ ਬੋਲ ਕੇ ਤੇ ਫਿਰ ਵਾਪਸ ਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਮਨੁੱਖ ਸੰਸਾਰ ਦੇ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਨਹੀਂ ਗਏ, ਉਹਨਾਂ ਨੂੰ ਨਾਮ ਦਾ ਅੰਮ੍ਰਿਤ ਭੋਜਨ ਨਹੀਂ ਪ੍ਰਾਪਤ ਹੋ ਸਕਿਆ। ਉਹ ਆਏ ਤਾਂ ਸੀ ਪਰ ਇਥੋਂ ਪਛਤਾ ਕੇ ਚਲੇ ਗਏ। ਜਿਵੇਂ ਖਾਲੀ ਘਰ ਦੇ ਵਿੱਚ ਕਾਂ 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 ਕਰਕੇ ਵਿਅਰਥ ਹੀ ਉੱਡ ਜਾਂਦਾ ਹੈ,
ਇਸੇ ਤਰ੍ਹਾਂ ਉਹ ਵੀ ਜਿਵੇਂ ਆਏ ਤੇ ਖਾਲੀ ਹੱਥ ਚਲੇ ਗਏ। ਬਿਨ ਨਾਵੇਂ ਦੁਖ ਦੇਹਰੀ ਜਿਉ ਕਲਰ ਕੀ ਪੀਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਮ ਦੀ ਬੜੀ ਲੋੜ ਹੈ। ਬਿਨਾਂ ਨਾਮ ਤੋਂ ਦੁੱਖ ਦੇਹੋਰੀ, ਸਾਡੀ ਦੇਹੋਰੀ ਦਾ ਅਰਥ ਹੈ ਸਾਡੀ ਦੇਹ ਨੂੰ ਦੁੱਖ ਪ੍ਰਾਪਤ ਹੁੰਦਾ ਹੈ। ਕਿਵੇਂ? ਜਿਉਂ ਕਲਰ ਕੀ ਪੀਤ, ਜਿਵੇਂ ਕਲਰ ਦੀ ਕੰਧ ਹੋਵੇ ਔਰ ਉਹ ਰਾਤ ਦਿਨ ਕਿਰਦੀ ਰਹਿੰਦੀ ਹੈ, ਤੇ ਜਿਹੜਾ ਕਲਰ ਦੀ ਕੰਧ ਦੀ ਛਾਵੇਂ ਬੈਠਾ ਮਨੁੱਖ, ਉਹਨੂੰ ਵੀ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ ਵੀ ਕਿਧਰੇ ਇਹ ਡਿੱਗੀ ਨਾ ਪਵੇ। ਇਸੇ ਤਰ੍ਹਾਂ ਨਾਮ ਤੋਂ ਬਿਨਾਂ ਸਾਡੀ ਦੇਹ ਦਾ ਸਹਾਰਾ ਕੋਈ ਨਹੀਂ। ਇਹ ਤੇ ਕਲਰ ਦੀ ਕੰਧ ਵਾਂਗੂ ਹਮੇਸ਼ਾ ਲਈ ਕਿਰਦੀ ਜਾ ਰਹੀ ਹੈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਪਤਾ ਨਹੀਂ ਕਦੋਂ ਇਸਨੇ ਇਸਦੇ ਸੁਆਸ ਪੂਰੇ ਹੋ ਜਾਣੇ ਨੇ ਤੇ ਇਸਨੇ ਕਲਰ ਦੀ ਕੰਧ ਵਾਂਗੂ ਡਿੱਗ ਪੈਣਾ ਹੈ। ਤਬ ਲਗ ਮਹਿਲ ਨਾ ਪਾਈਐ, ਜਬ ਲਗ ਸਾਚ ਨ ਚੀਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੰਨਾ ਚਿਰ ਤੱਕ ਸਾਡੇ ਚਿੱਤ ਵਿੱਚ ਸੱਚਾ ਨਾਮ ਨਹੀਂ ਵਸਦਾ, ਤਬ ਲਗ ਮਹਿਲ ਨਾ ਪਾਈਏ, ਉਹਨਾਂ ਚਿਰ ਤੱਕ ਵਾਹਿਗੁਰੂ ਦਾ ਮਹਿਲ, ਤੁਰਿਆ ਪਦ, ਸੱਚਖੰਡ, ਸਹਿਜ ਪਦ ਨਹੀਂ ਪ੍ਰਾਪਤ ਹੋ ਸਕਦਾ। ਸ਼ਬਦ ਰਪੈ ਘਰ ਪਾਈਐ, ਨਿਰਵਾਣੀ ਪਦ ਨੀਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਰਪੈ, ਜਦੋਂ ਨਾਮ ਬਾਣੀ ਦੇ ਰੰਗ ਵਿੱਚ ਮਨ ਰੰਗਿਆ ਜਾਂਦਾ ਹੈ ਤੇ ਫੇਰ ਹੀ ਵਾਹਿਗੁਰੂ ਦਾ ਘਰ ਪ੍ਰਾਪਤ ਹੁੰਦਾ ਹੈ। ਨਿਰਬਾਣੀ ਪਦ ਨੀਤ, ਤੇ ਹਮੇਸ਼ਾ ਲਈ ਜਿਹੜਾ ਨਿਰਵਾਣ ਪਦ ਹੈ, ਹਰ ਸ਼ੋਕ ਤੋਂ ਰਹਿਤ, ਦਵੰਦਵਾਦ ਤੋਂ ਰਹਿਤ, ਜਿਹੜੀ ਆਨੰਦਮਈ ਅਵਸਥਾ ਹੈ, ਜਿਸ ਨੂੰ ਨਿਰਬਾਣੀ ਪਦ, ਨਿਰਵਾਣ ਪਦ ਆਖਿਆ ਹੈ, ਉਹ ਵੀ ਨਾਮ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਗੁਰ ਪੁੱਛੋ ਆਪਣੇ, ਗੁਰ ਪੁੱਛ ਕਾਰ ਕਮਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਕੋਲ ਜਦੋਂ ਗੁਰੂ ਹੈ, ਅਸੀਂ ਕੋਈ ਵੀ ਕੰਮ ਕਰਨਾ ਹੈ ਆਪਣੇ ਗੁਰੂ ਨੂੰ ਪੁੱਛ ਕੇ ਕਰਨਾ ਹੈ। ਕੋਈ ਵੀ ਕੰਮ ਕਰਨਾ ਹੈ, ਚਾਹੇ ਸੰਸਾਰਿਕ ਹੈ, ਚਾਹੇ ਸਮਾਜਿਕ ਹੈ, ਚਾਹੇ ਧਾਰਮਿਕ ਹੈ, ਚਾਹੇ ਪਰਮਾਰਥਕ ਹੈ, ਕੋਈ ਵੀ ਕੰਮ ਕਰਨਾ ਹੈ, ਹਜ਼ੂਰ ਕਹਿੰਦੇ ਹਉ ਗੁਰ ਪੁੱਛੋ ਆਪਣੇ। ਅਸੀਂ ਤੇ ਆਪਣੇ ਪਹਿਲਾਂ ਜਾ ਕੇ ਗੁਰੂ ਨੂੰ ਪੁੱਛਦੇ ਹਾਂ। ਸਾਨੂੰ ਇਹ ਸਿੱਖਿਆ ਦਿੰਦੇ ਹਨ, ਤੁਸੀਂ ਕੋਈ ਵੀ ਕੰਮ ਕਰਨਾ, ਪਹਿਲਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ ਤੇ ਹੁਕਮਨਾਮਾ ਸੁਣੋ। ਇਹ ਗੁਰੂ ਨੂੰ ਪੁੱਛਣ ਦੀ ਗੱਲ ਹੈ। ਹਉ ਗੁਰ ਪੁੱਛੋ ਆਪਣੇ, ਅਸੀਂ ਤੇ ਆਪਣੇ ਗੁਰੂ ਨੂੰ ਜਾ ਕੇ ਪੁੱਛਦੇ ਹਾਂ, ਤੇ ਗੁਰ ਪੁੱਛ ਕਾਰ ਕਮਾਓ, ਤੇ ਗੁਰੂ ਨੂੰ ਪੁੱਛ ਕੇ ਹਰ ਕੰਮ ਕਰਦੇ ਹਾਂ। ਕਿਉਂਕਿ ਸਤਿਗੁਰੂ ਸਾਡੇ ਸਮਰੱਥ ਤੇ ਸਰਬੱਗ ਸਤਿਗੁਰੂ ਹਨ। ਜਦੋਂ ਅਸੀਂ ਗੁਰੂ ਨੂੰ ਪੁੱਛ ਕੇ ਕੋਈ ਵੀ ਕੰਮ ਕਰਦੇ ਹਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਕਤੀ ਤੇ ਸਹਾਇਤਾ ਹਮੇਸ਼ਾ ਸਾਡੇ ਨਾਲ ਵਰਤਦੀ ਹੈ। ਉਸ ਕੰਮ ਦੇ ਵਿੱਚ ਕੋਈ ਵਿਘਨ ਨਹੀਂ ਪੈ ਸਕਦਾ ਤੇ ਗੁਰੂ ਮਹਾਰਾਜ ਉਸ ਕੰਮ ਨੂੰ ਹਮੇਸ਼ਾ ਲਈ ਸਫਲ ਕਰਦੇ ਹਨ। ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਇਸੇ ਲਈ ਹਜ਼ੂਰ ਕਹਿੰਦੇ, ਭਾਈ ਗੁਰੂ ਨੂੰ ਪੁੱਛ ਕੇ, ਗੁਰੂ ਦੀ ਓਟ ਲੈ ਕੇ ਹਰ ਕੰਮ ਕਰੋ ਤੇ ਫਿਰ ਤੁਹਾਡੇ ਸਾਰੇ ਕੰਮ ਰਾਸ ਹੋਣਗੇ। ਸ਼ਬਦ ਸਲਾਹੀ ਮਨ ਵਸੈ, ਹਉ ਮੈਂ ਦੁਖ ਜਲ ਜਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਸਲਾਹੀ ਮਨ ਵਸੈ। ਜਦੋਂ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ ਤੇ ਫਿਰ ਵਾਹਿਗੁਰੂ ਦਾ ਨਾਮ ਆ ਕੇ ਮਨ ਵਿੱਚ ਵਸ ਜਾਂਦਾ ਹੈ। ਜਦੋਂ ਨਾਮ ਮਨ ਦੇ ਵਿੱਚ ਆ ਕੇ ਵਸ ਗਿਆ, ਹਉਮੈ ਦੁੱਖ ਜਲ ਜਾਊ। ਜਿਹੜਾ ਹਉਮੈ ਦਾ ਰੋਗ ਸੀ ਤੇ ਉਹਦਾ ਦੁੱਖ ਸੀ, ਉਹ ਵੀ ਭਾਈ ਛੱਡ ਜਾਂਦਾ ਹੈ। ਸਹਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਹਿਜ ਦੇ ਵਿੱਚ, ਸ਼ਾਂਤੀ ਤੇ ਧੀਰਜ ਦੇ ਵਿੱਚ ਨਾਮ ਜਪਦਿਆਂ, ਸਿਮਰਨ ਕਰਦਿਆਂ, ਸਿਫਤ ਸਲਾਹ ਕਰਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਹੈ। ਸਾਚੇ ਸਾਚ ਮਿਲਾਓ, ਕਿਉਂਕਿ ਸੱਚੇ ਨੂੰ ਹੀ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਮਿਲਾਉਂਦਾ ਹੈ। ਅਥਵਾ ਸਾਚੇ ਸਾਚ ਮਿਲਾਓ, ਸੱਚੇ ਨਾਮ ਦੁਆਰਾ ਤੇ ਸਾਚ ਮਿਲਾਓ,
ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਹਨ। ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਸ਼ਬਦ ਦੇ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਗਏ ਹਨ, ਉਹ ਅਸਲੀ ਨਿਰਮਲੇ, ਉਹ ਪਵਿੱਤਰ ਜੀਵਨ ਵਾਲੇ ਹੋ ਗਏ। ਕਿਵੇਂ? ਤਜ ਕਾਮ ਕ੍ਰੋਧ ਹੰਕਾਰ। ਉਹਨਾਂ ਨੇ ਸ਼ਬਦ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਕਾਮ ਕ੍ਰੋਧ ਹੰਕਾਰ ਆਦਿਕ ਵਿਕਾਰਾਂ ਨੂੰ ਛੱਡ ਦਿੱਤਾ। ਤੇ ਜਦੋਂ ਵਿਕਾਰ ਸਰੀਰ ਵਿੱਚੋਂ ਨਿਕਲ ਜਾਂਦੇ ਨੇ ਤੇ ਇਹ ਸਰੀਰ ਮਹਾਨ ਨਿਰਮਲ ਪਵਿੱਤਰ ਹੋ ਜਾਂਦਾ ਹੈ। ਨਾਮ ਸਲਾਹਨ ਸਦ ਸਦਾ ਹਰ ਰਾਖੈ ਉਰ ਧਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਪਿਆਰੇ ਨਾਮ ਸਲਾਹਨ ਸਦ ਸਦਾ, ਸਦਾ ਸਦਾ ਹਮੇਸ਼ਾ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਸਲਾਹੁੰਦੇ ਹਨ ਤੇ ਹਰ ਰਾਖੈ ਉਰ ਧਾਰ, ਤੇ ਵਾਹਿਗੁਰੂ ਦੇ ਨਾਮ ਨੂੰ ਹੀ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ। ਸੋ ਕਿਉ ਮਨ ਹੋ ਵਿਸਾਰੀਐ ਸਭ ਜੀਆਂ ਕਾ ਆਧਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਤੋਂ ਕਿਉਂ ਭੁਲਾਈਏ ਜੋ ਸਾਰੇ ਹੀ ਜੀਵਾਂ ਦਾ ਆਸਰਾ ਹੈ। ਸਾਡਾ ਵੀ ਤੇ ਆਸਰਾ ਉਹੀ ਹੈ। ਉਸ ਤੋਂ ਬਿਨਾਂ ਸਾਡਾ ਇੱਕ ਘੜੀ ਭਰ ਵੀ ਜੀਵਨ ਨਹੀਂ ਹੋ ਸਕਦਾ। ਸਾਰੇ ਜੀਵਾਂ ਦਾ ਆਸਰਾ, ਸਾਡੇ ਵੀ ਪ੍ਰਾਣਾਂ ਦਾ ਆਸਰਾ ਉਹੀ ਵਾਹਿਗੁਰੂ ਪਰਮੇਸ਼ਰ ਹੈ। ਸ਼ਬਦ ਮਰੈ ਸੋ ਮਰ ਰਹੈ ਫਿਰ ਮਰੈ ਨ ਦੂਜੀ ਵਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਫਲ ਮਰਨਾ ਸਾਨੂੰ ਸਮਝਾਉਂਦੇ ਹਨ। ਸ਼ਬਦ ਮਰੈ, ਗੁਰਮੁਖੋ ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦਾ ਹੈ, ਭਾਵ ਗੁਰੂ ਦੇ ਬਚਨਾਂ ਨੂੰ ਕਮਾ ਕੇ ਦੇ ਅਧਿਆਸ ਅਤੇ ਸਰੀਰ ਦੇ ਹੰਕਾਰ ਨੂੰ ਛੱਡ ਦਿੰਦਾ ਹੈ, ਇਹ ਸ਼ਬਦ ਦੁਆਰਾ ਮਰਨਾ ਹੈ। ਸ਼ਬਦ ਮਰੈ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦਾ ਹੈ, ਸਰੀਰ ਦਾ ਮੋਹ ਦੇਹ ਦਾ ਅਧਿਆਸ ਛੱਡ ਦਿੰਦਾ ਹੈ, ਸੋ ਮਰ ਰਹਿ, ਉਹ ਭਾਈ ਜਿਉਂਦੇ ਜੀ ਜੀਵਤ ਭਾਵ ਤੋਂ ਮਰ ਜਾਂਦਾ ਹੈ। ਜਿਹੜਾ ਇੱਕ ਵਾਰੀ ਜੀਵਤ ਭਾਵ ਤੋਂ ਮਰ ਗਿਆ ਫਿਰ ਮਰੈ ਨਾ ਦੂਜੀ ਵਾਰ, ਉਹ ਫਿਰ ਦੂਜੀ ਵਾਰ ਨਹੀਂ ਭਾਈ ਮਰਦਾ। ਇਹਦਾ ਮਤਲਬ ਇਹ ਹੈ, ਜਿਸਨੇ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰਨਾ ਸਿੱਖ ਲਿਆ ਹੈ, ਪਹਿਲਾ ਮਰਨ ਕਬੂਲ जीवन की छड़ आस हो सबना की रेणका तो आओ हमारे पास। ਤੇ ਫਿਰ ਉਹ ਐਸਾ ਜੀਵਤ ਭਾਵ ਤੋਂ ਮਰਦਾ ਹੈ, ਉਹਨੂੰ ਦੂਜੀ ਵਾਰ ਫਿਰ ਨਹੀਂ ਮਰਨਾ ਪੈਂਦਾ। ਇਹਦਾ ਕਾਰਨ ਇਹ ਹੈ, ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਕੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ ਤੇ ਫਿਰ ਉਹਦਾ ਸਰੀਰ ਨਾਲੋਂ ਮੋਹ ਟੁੱਟ ਜਾਂਦਾ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਹਦੀ ਸੁਰਤ ਦਾ ਸੰਬੰਧ ਜੁੜ ਜਾਂਦਾ ਹੈ। ਇਉਂ ਜਦੋਂ ਉਹ ਜੀਵਤ ਭਾਵ ਤੋਂ ਮਰ ਜਾਵੇ ਤੇ ਫਿਰ ਹਮੇਸ਼ਾ ਲਈ ਸੰਸਾਰ ਵੱਲੋਂ ਸਰੀਰ ਵੱਲੋਂ ਤੇ ਮਰਿਆ ਹੀ ਰਹਿੰਦਾ। ਤੇ ਫਿਰ ਜਦੋਂ ਉਹਦਾ ਆਂਦਾ ਸਮਾਂ ਆਉਂਦਾ ਹੈ, ਇੱਕ ਵਾਰੀ ਤੇ ਸਰੀਰ ਛੱਡਣਾ ਹੀ ਪੈਂਦਾ ਹੈ, ਪਰ ਹਜ਼ੂਰ ਕਹਿੰਦੇ ਫਿਰ ਮਰੈ ਨਾ ਦੂਜੀ ਵਾਰ, ਫਿਰ ਉਹਨੂੰ ਦੂਜੀ ਵਾਰ ਨਹੀਂ ਮਰਨਾ ਪੈਂਦਾ। ਇਹਦਾ ਮਤਲਬ ਉਸ ਨੂੰ ਦੂਜੀ ਵਾਰ ਹੋਰ ਜਨਮ ਲੈ ਕੇ ਹੋਰ ਜੂਨਾਂ ਵਿੱਚ ਜਾ ਕੇ ਫਿਰ ਨਹੀਂ ਮਰਨਾ ਪੈਂਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਇਹ ਕਹਿ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰ ਕੈ ਦਰ ਸਮਾਇਆ। ਜਿਹੜਾ ਵਾਹਿਗੁਰੂ ਦਾ ਪਿਆਰਾ ਮਹਾਂਪੁਰਖ ਹੈ, ਉਹ ਇੱਕੋ ਵਾਰੀ ਹੀ ਮਨੁੱਖੀ ਜੂਨ ਵਿੱਚ ਆਇਆ ਹੈ, ਮਾਤਾ ਦੀ ਗਰਭ ਜੂਨ ਵਿੱਚ ਆਇਆ ਹੈ, ਫਿਰ ਮੁੜ ਕੇ ਨਹੀਂ ਆਵੇਗਾ।